ठंडी स्नोई न्यू ईयर्स दी रात दी गल है। लोकी अपने कोट, ग्लव्स अते स्कार्स पा के आना जाना कर रहे सी। सारे लोकी जल्दी विच सी। कुछ लोकां नूं घर पहुंचण दी जल्दी सी अते कुछ लोकी न्यू ईयर सैलीब्रेट करन बाहर जा रहे सी। जवाक रस्ते ते खेल कूद कर रहे सी ते एक दूजे उत्ते स्नोबाल सुट रहे सी। बेशक स्नो दे सब तो ज़्यादा मजे ओही लै रहे सी। उन्हां दे हासिਆਂ ने माहौल विच प्यार भर दिता सी। पर रस्ते ते एक कुड़ी सी ਜਿਹੜੀ खेलन वाले जवाकां तो वखरी सी। ਇਹ ਕੁੜੀ बस वेख रही सी बाकी जवाकां नूं खेलदे होए। ਉਹਦੇ ਕੋਲ ਦੂਜਿਆਂ ਦੀ ਤਰ੍ਹਾਂ हैट नहीं सी। ठंड तो बचा करन लई भी ਉਹਦੇ ਲੀੜੇ ਕੱਟ ਤੇ ਫਟੇ ਹੋਏ ਸੀ ਅਤੇ ਉਹਦੀ ਚੱਪਲ ਵੀ ਉਹਦੀ ਨਹੀਂ ਸੀ, ਕਾਫੀ ਵੱਡੀ ਸੀ। ਉਹਦੇ ਹੱਥ ਵਿੱਚ ਇੱਕ ਬਾਕਸ ਸੀ। ਉਹਨੂੰ ਠੰਡ ਨਾਲ ਕੰਬਾ ਚੜ ਰਿਹਾ ਸੀ। ਉਹਨੇ ਵੇਖਿਆ ਹੀ ਨਹੀਂ ਕਿ ਇੱਕ ਕਾਰ ਉਹਦੇ ਵੱਲ ਆ ਰਹੀ ਹੈ। ਓਏ ਕੁੜੀਏ, ਰੋਡ ਦੀ ਸਾਈਡ ਤੇ ਖਲੋ ਜਾ, ਕਿਤੇ ਐਕਸੀਡੈਂਟ ਨਾ ਹੋ ਜਾਏ। ਉਹ ਕੁੜੀ ਹੱਥੋਂ ਹੱਥ ਫੁੱਟਪਾਥ ਤੇ ਭੱਜੀ। ਭੱਜਦੇ ਹੋਏ ਉਹਦੀ ਚੱਪਲ ਨਿਕਲ ਗਈ। ਜਦੋਂ ਉਹ ਫੁੱਟਪਾਥ ਤੇ ਪਹੁੰਚੀ, ਉਹਨੇ ਵੇਖਿਆ ਕਿ ਇੱਕ ਮੁੰਡਾ ਉਹਦੀ ਚੱਪਲ ਲੈ ਕੇ ਭੱਜ ਰਿਹਾ ਸੀ। ਮੇਰੀ ਚੱਪਲ, ਓਏ ਖੜ ਜਾ! ਉਹ ਚਿल्लाई ਅਤੇ ਉਹਦੇ ਮਗਰ ਭੱਜੀ, ਪਰ ਉਹ ਮੁੰਡਾ ਛੇਤੀ ਭੱਜ ਗਿਆ। ਮਜਬੂਰੀ ਵਿੱਚ ਨੰਗੇ ਪੈਰ ਤੁਰ ਕੇ ਉਹ ਇੱਕ ਬੂਹੇ ਕੋਲ ਜਾ ਕੇ ਖਲੋ ਗਈ। ਉਹਨੇ ਆਪਣਾ ਵੱਡਾ ਜਿਹਾ ਬਾਕਸ ਥੱਲੇ ਰੱਖਿਆ। ਉਹ ਮਾਚਿਸ ਦੀ ਡੱਬੀਆਂ ਨਾਲ ਭਰੇ ਹੋਏ ਬਾਕਸ ਨੂੰ ਵੇਖ ਰਹੀ ਸੀ। ਠੰਡ ਨਾਲ ਉਹਦੀਆਂ ਅੱਖਾਂ ਭਿੱਜ ਗਈਆਂ ਸੀ। ਇਹ ਸੀ ਸਾਡੀ ਲਿਟਲ ਮੈਚ ਗਰਲ। ਪਰ ਉਸ ਦਿਨ ਇੱਕ ਵੀ ਮਾਚਿਸ ਦੀ ਡੱਬੀ ਨਹੀਂ ਵੇਚ ਸਕੀ ਸੀ। ਜੇ ਉਹ ਮਾਚਿਸ ਦੀਆਂ ਕੁਝ ਡੱਬੀਆਂ ਵੇਚ ਕੇ ਕਮਾਈ ਕਰ ਲਵੇ ਤਾਂ ਘਰ ਜਾ ਕੇ ਆਪਣੀ ਮਾਂ ਦੇ ਨਾਲ ਗਰਮ ਖਾਣਾ ਖਾ ਸਕਦੀ ਸੀ। ਉਸੇ ਵੇਲੇ ਉਹ ਚੀਖ ਪਈ ਆਪਣੀ ਪਤਲੀ ਤੇ ਕੰਬਦੀ ਹੋਈ ਮਾਸੂਮ ਜਿਹੀ ਆਵਾਜ਼ ਵਿੱਚ, ਮਾਚਿਸ, ਮਾਚਿਸ, ਕੋਈ ਲੈ ਲਓ ਇੱਕ ਡੱਬੀ ਮਾਚਿਸ। ਕਿਸੇ ਨੇ ਉਹਦੇ ਵੱਲ ਮੁੜ ਕੇ ਵੀ ਨਹੀਂ ਵੇਖਿਆ ਤੇ ਉਹ ਉਸੇ ਥਾਂ ਬਹਿ ਗਈ। ਉਹਦੀਆਂ ਉਂਗਲੀਆਂ ਠੰਡ ਨਾਲ ਦਰਦ ਕਰਨ ਲੱਗ ਪਈਆਂ। ਉਹ ਤੋਂ ਹੁਣ ਹੋਰ ਦਰਦ ਸਹਿ ਨਹੀਂ ਜਾ ਰਿਹਾ ਸੀ ਅਤੇ ਕਿਸੇ ਵੀ ਤਰ੍ਹਾਂ ਭੋਰਾ ਗਰਮੀ ਚਾਹੀਦੀ ਸੀ। ਉਹਦੀਆਂ ਉਂਗਲੀਆਂ ਸੁੰਨ ਹੋ ਗਈਆਂ ਸੀ। ਬੜੀ ਮੁਸ਼ਕਿਲ ਨਾਲ ਉਹਨੇ ਮਾਚਿਸ ਦੀ ਤਿੱਲੀ ਫੜੀ। ਆਪਣੇ ਕੰਬ ਦੇ ਹੱਥਾਂ ਨਾਲ ਉਹਨੇ ਮਾਚਿਸ ਦੀ ਤਿੱਲੀ ਕੰਧ ਨਾਲ ਜਲਾਈ ਅਤੇ ਅੱਗ ਦੇ ਚਾਨਣ ਨੇ ਉਹਨੂੰ ਖੁਸ਼ ਕਰ ਦਿੱਤਾ। ਉਸ ਵਿਚਾਰੀ ਨੇ ਤਿੱਲੀ ਨੂੰ ਦੋਨਾਂ ਹੱਥਾਂ ਵਿੱਚ ਲਿਆ। ਹੁਣ ਉਹਦੀ ਉਂਗਲੀਆਂ ਨੂੰ ਆਰਾਮ ਮਿਲਿਆ। ਅੱਗ ਨੂੰ ਵੇਖ ਕੇ ਉਹ ਸੁਪਨੇ ਵਿੱਚ ਚਲੀ ਗਈ। ਉਹਨੇ ਆਪਣੇ ਆਪ ਨੂੰ ਇੱਕ ਬਲਦੇ ਹੋਏ ਸਟੋਵ ਦੇ ਸਾਹਮਣੇ ਪਾਇਆ। ਉਹ ਇੱਕ ਵੱਡੇ ਸਾਰੇ ਸਟੋਵ ਦੇ ਸਾਹਮਣੇ ਸੋਹਣੇ ਜਿਹੇ ਕਮਰੇ ਵਿੱਚ ਬੈਠੀ ਸੀ। ਉਹਨੇ ਇੱਕ ਗਰਮ ਸਵੈਟਰ, ਫਰ ਦੇ ਬੂਟਸ ਅਤੇ ਸਿਰ ਤੇ ਗਰਮ ਟੋਪੀ ਪਾਈ ਹੋਈ ਸੀ। ਇੰਨੀ ਗਰਮੀ ਸੀ ਕਿ ਉਹਨੂੰ ਪਸੀਨਾ ਆਉਣ ਲੱਗਾ। ਪਰ ਅਚਾਨਕ ਮਾਚਿਸ ਦੀ ਤਿੱਲੀ ਬੁਝ ਗਈ। ਤਿੱਲੀ ਬੁਝਦੇ ਹੀ ਉਹਦਾ ਸੁਪਨਾ ਵੀ ਗਾਇਬ ਹੋ ਗਿਆ। ਉਹਦੀਆਂ ਉਂਗਲੀਆਂ ਫੇਰ ਠੰਡ ਨਾਲ ਦੁਖਣ ਲੱਗ ਪਈਆਂ ਤੇ ਉਹਨੇ ਇੱਕ ਹੋਰ ਤਿੱਲੀ ਵਾਲੀ। ਉਸੇ ਵੇਲੇ ਠੰਡੀ ਹਵਾ ਚੱਲੀ। ਉਸ ਕੁੜੀ ਨੇ ਕੰਧ ਦੇ ਸਹਾਰੇ ਉਸ ਲੋਹ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਅਤੇ ਉਹਨੇ ਹੱਥ ਨਾਲ ਲੋਹ ਨੂੰ ਓਲਾ ਵੀ ਕੀਤਾ। ਜਦੋਂ ਉਹਨੂੰ ਵੇਖ ਰਹੀ ਸੀ, ਕੰਧ ਅਚਾਨਕ ਤੋਂ ਗਾਇਬ ਹੋ ਗਈ। ਉੱਥੇ ਇੱਕ ਵੱਡਾ ਜਿਹਾ ਕਮਰਾ ਨਜ਼ਰ ਆਇਆ। ਇੱਕ ਚਿੱਟੇ ਜਿਹੇ ਕੱਪੜੇ ਨਾਲ ਢਕੇ ਹੋਏ ਟੇਬਲ ਉੱਤੇ ਹਰ ਤਰ੍ਹਾਂ ਦਾ ਖਾਣਾ ਪਿਆ ਸੀ। ਸਿਲਵਰ ਨਾਲ ਪੂਰੇ ਕਮਰੇ ਵਿੱਚ ਦਿਨ ਵਰਗਾ ਉਜਾਲਾ ਸੀ। ਉਹ ਟੇਬਲ ਨੂੰ ਵੇਖਦੀ ਰਹੀ ਅਤੇ ਵੇਖਿਆ ਕਿ ਟੇਬਲ ਦੇ ਵਿਚਕਾਰ ਇੱਕ ਬੜਾ ਸੋਹਣਾ ਜਿਹਾ ਗ੍ਰਿਲਡ ਮੀਟ ਦਾ ਟੁਕੜਾ ਪਿਆ ਹੈ। ਉਹਨੇ ਛੇਤੀ ਇੱਕ ਪੀਸ ਲਿੱਤਾ ਅਤੇ ਆਪਣੇ ਮੂੰਹ ਵਿੱਚ ਪਾ ਲਿਆ ਅਤੇ ਉਹਦੀ ਭੁੱਖ ਮੁੱਕ ਗਈ। ਉਹ ਇੱਕ ਹੋਰ ਟੋਟਾ ਲੈਣਾ ਚਾਹੁੰਦੀ ਸੀ ਮੀਟ ਦਾ। ਉਹ ਲੈਣ ਲੱਗੀ, ਪਰ ਮਾਚਿਸ ਦੀ ਤਿੱਲੀ ਜਿਹੜੀ ਉਹਦੇ ਹੱਥ ਵਿੱਚ ਸੀ ਉਹ ਬੜੀ ਛੇਤੀ ਬੁਝ ਗਈ। बेचारी कुड़ी दा हथ जल गया ਅਤੇ ਉਹਨੇ ਉਹ ਤਿੱਲੀ ਸੁੱਟ ਦਿੱਤੀ। ਜਿਵੇਂ ਹੀ ਉਹਨੇ ਤਿੱਲੀ ਸੁੱਟੀ, ਖਾਣੇ ਦੀ ਟੇਬਲ ਤੇ ਉਹ ਕਮਰਾ ਸਭ ਗਾਇਬ ਹੋ ਗਏ। ਲਿਟਲ ਮੈਚ ਗਰਲ ਨੇ ਇੱਕ ਹੋਰ ਤਿੱਲੀ ਬਾਲੀ
ਇਸ ਵਾਰੀ ਉਹਨੇ ਹੋਰ ਵੀ ਵੱਡਾ ਜਿਹਾ ਸੁਪਨਾ ਵੇਖਿਆ। ਇੱਕ ਖੂਬਸੂਰਤ ਜਿਹੀ ਜਗ੍ਹਾ ਤੇ ਵੱਡੇ ਜਿਹੇ ਚੰਨ ਨਾਲ ਉਹ ਇੱਕ ਪੇੜ ਦੇ ਥੱਲੇ ਚਿੱਟੇ ਕੱਪੜੇ ਪਾ ਕੇ ਬੈਠੀ ਸੀ। ਰਾਤ ਸੀ ਪਰ ਠੰਡ ਨਹੀਂ ਸੀ। ਉਹ ਤਾਰਿਆਂ ਨੂੰ ਵੇਖ ਕੇ ਖੁਸ਼ ਹੋ ਰਹੀ ਸੀ। ਉਹਨੇ ਕਦੀ ਵੀ ਇੰਨਾ ਸਾਫ਼ ਅਸਮਾਨ ਅਤੇ ਚਮਕਦੇ ਹੋਏ ਤਾਰੇ ਨਹੀਂ ਵੇਖੇ ਸੀ। ਫਿਰ ਅਚਾਨਕ ਉਹਨੇ ਇੱਕ ਟੁੱਟਦਾ ਹੋਇਆ ਤਾਰਾ ਵੇਖਿਆ। ਉਹਨੇ ਮਨ ਵਿੱਚ ਸੋਚਿਆ, ਇੱਕ ਹੋਰ ਸਾਡੇ ਵਰਗਾ ਉੱਡ ਚਲਿਆ ਅਸਮਾਨ ਵੱਲ। ਉਹਦੀ ਬੇਬੇ ਏਦਾਂ ਕਿਹਾ ਕਰਦੀ ਸੀ। ਠੀਕ ਉਸੇ ਵੇਲੇ ਉਹਨੇ ਆਪਣੀ ਬੇਬੇ ਨੂੰ ਉੱਥੇ ਵੇਖਿਆ। ਜਦੋਂ ਵੀ ਕੋਈ ਤਾਰਾ ਟੁੱਟਦਾ ਹੈ, ਹਮੇਸ਼ਾ ਕੋਈ ਹੋਰ ਉਹਦੀ ਥਾਂ ਲੈ ਲੈਂਦਾ ਹੈ। ਇੰਨਾ ਕਹਿ ਕੇ ਉਹਦੀ ਬੇਬੇ ਗਾਇਬ ਹੋ ਗਈ ਅਤੇ ਲਿਟਲ ਮੈਚ ਗਰਲ ਨੇ ਉਹਨੂੰ ਆਵਾਜ਼ ਦਿੱਤੀ, ਬੇਬੇ ਰੁਕੋ, ਨਾ ਜਾਓ, ਪਲੀਜ਼ ਨਾ ਜਾਓ, ਮੈਂ ਤੁਹਾਨੂੰ ਬਹੁਤ ਮਿਸ ਕੀਤਾ। ਆਪਣੀ ਬੇਬੇ ਨੂੰ ਫੇਰ ਇੱਕ ਵਾਰ ਵੇਖਣ ਲਈ ਉਹਨੇ ਇੱਕ ਹੋਰ ਮਾਚਿਸ ਦੀ ਤਿੱਲੀ ਬਾਲੀ। ਉਹ ਭੁੱਲ ਗਈ ਕਿ ਉਹ ਠੰਡ ਨਾਲ ਕਿਵੇਂ ਕੰਬ ਰਹੀ ਸੀ ਤੇ ਫੇਰ ਸੁਪਨਾ ਵੇਖਣ ਲੱਗ ਪਈ। ਹਰ ਵਾਰ ਜਦੋਂ ਉਹ ਮਾਚਿਸ ਦੀ ਤਿੱਲੀ ਬਾਲਦੀ, ਉਹਨੂੰ ਐਦਾਂ ਲੱਗਦਾ ਜਿਵੇਂ ਉਹ ਬੇਬੇ ਨੂੰ ਵੇਖ ਰਹੀ ਹੈ। ਉਹਨੇ ਇੱਕ ਹੋਰ ਤਿੱਲੀ ਬਾਲੀ। ਉਹਦੇ ਆਲੇ ਦੁਆਲੇ ਦਿਨ ਵਰਗਾ ਚਾਨਣ ਹੋ ਗਿਆ। ਉਹਨੂੰ ਆਪਣੀ ਬੇਬੇ ਬਹੁਤ ਸੋਹਣੀ ਲੱਗ ਰਹੀ ਸੀ। ਆਪਣੀ ਬੇਬੇ ਦੇ ਪਿਆਰੇ ਚਿਹਰੇ ਨੂੰ ਵੇਖ ਕੇ ਉਹ ਆਪਣੀ ਸਾਰੀਆਂ ਤਕਲੀਫਾਂ ਭੁੱਲ ਜਾਂਦੀ ਸੀ। ਇਹ ਲਮਹਾ ਕਿਤੇ ਖਤਮ ਨਾ ਹੋ ਜਾਵੇ, ਇਸ ਕਰਕੇ ਉਹਨੇ ਆਖਰੀ ਮਾਚਿਸ ਦੀ ਤਿੱਲੀ ਵੀ ਜਲਾ ਦਿੱਤੀ। ਉਹਦੀ ਬੇਬੇ ਫੇਰ ਉਹਦੇ ਸਾਹਮਣੇ ਆਈ। ਉਹਨੇ ਆਪਣੇ ਹੱਥ ਵਿੱਚ ਲਿਟਲ ਮੈਚ ਗਰਲ ਦਾ ਹੱਥ ਫੜਿਆ ਅਤੇ ਉਹ ਦੋਨੋਂ ਅਸਮਾਨ ਵਿੱਚ ਉੱਡਣ ਲੱਗ ਪਈਆਂ ਨਾਲ-ਨਾਲ। ਲਿਟਲ ਗਰਲ ਨੂੰ ਬਹੁਤ ਰਾਹਤ ਮਹਿਸੂਸ ਹੋਈ। ਹੁਣ ਨਾ ਠੰਡ ਸੀ ਨਾ ਭੁੱਖ ਸੀ। ਠੀਕ ਉਸੇ ਵੇਲੇ ਇੱਕ ਹੋਰ ਤਾਰਾ ਟੁੱਟਿਆ। ਸਵੇਰੇ ਲੋਕੀ ਜਦੋਂ ਰਸਤੇ ਤੋਂ ਲੰਘ ਰਹੇ ਸੀ, ਉਹਨਾਂ ਨੇ ਲਿਟਲ ਮੈਚ ਗਰਲ ਨੂੰ ਕੰਧ ਦੇ ਸਹਾਰੇ ਬੈਠੇ ਵੇਖਿਆ। ਉਹਦੀਆਂ ਅੱਖਾਂ ਬੰਦ ਸੀ ਪਰ ਚਿਹਰੇ ਤੇ ਇੱਕ ਪਿਆਰੀ ਜਿਹੀ ਸਮਾਈਲ ਸੀ। ਉਹਦੇ ਆਲੇ ਦੁਆਲੇ ਬਹੁਤ ਸਾਰੀਆਂ ਜਲੀਆਂ ਹੋਈਆਂ ਤਿਲੀਆਂ ਪਈਆਂ ਸੀ। ਤਿਲੀਆਂ ਜਿਨ੍ਹਾਂ ਨੇ ਜਲ ਕੇ ਉਹਦੇ ਸੁਪਨਿਆਂ ਨੂੰ ਰੋਸ਼ਨ ਕੀਤਾ। ਐਦਾਂ ਦੇ ਸੁਪਨੇ ਜਿਨ੍ਹਾਂ ਨੂੰ ਕੋਈ ਵੀ ਨਹੀਂ ਵੇਖ ਸਕੇਗਾ। ਬਹੁਤ ਪਹਿਲਾਂ ਇੱਥੋਂ ਬਹੁਤ ਦੂਰ ਇੱਕ ਬਹੁਤ ਸ਼ਾਨਦਾਰ ਕੈਸਲ ਹੋਇਆ ਕਰਦੀ ਸੀ। ਐਸੇ ਕੈਸਲ ਵਿੱਚ ਇੱਕ ਬਹੁਤ ਸੋਹਣੀ ਰਾਣੀ ਰਹਿੰਦੀ ਸੀ। ਰਾਣੀ ਦੀ ਬਸ ਇੱਕੋ ਇੱਛਾ ਸੀ ਅਤੇ ਉਹ ਇਹ ਸੀ ਕਿ ਉਹਨਾਂ ਦੀ ਇੱਕ ਧੀ ਹੋਵੇ। ਸਿਆਲਾਂ ਦਾ ਮੌਸਮ ਸੀ। ਰਾਣੀ ਬਾਰੀ ਕੋਲ ਬੈਠੀ ਕੱਪੜੇ ਸੀ ਰਹੀ ਸੀ। ਉਸੇ ਵੇਲੇ ਉਹਨੂੰ ਸੂਈ ਚੁੱਭ ਗਈ। ਉਹਨੇ ਕਪਾਹ ਨਾਲ ਆਪਣਾ ਲਹੂ ਪੂੰਝਦੇ ਹੋਏ ਇੱਕ ਵਿਸ਼ ਮੰਗੀ। ਮੇਰੀ ਵਿਸ਼ ਹੈ ਮੇਰੀ ਇੱਕ ਧੀ ਹੋਵੇ, ਜਿਸ ਦਾ ਰੰਗ ਬਰਫ਼ ਵਰਗਾ ਚਿੱਟਾ ਹੋਵੇ, ਜਿਸ ਦੀਆਂ ਅੱਖਾਂ ਤਾਰਿਆਂ ਵਾਂਗਣ ਚਮਕਣ ਅਤੇ ਬੁੱਲੀਆਂ ਚੈਰੀ ਵਰਗੀਆਂ ਹੋਣ ਅਤੇ ਉਹਦਾ ਦਿਲ ਖੁਸ਼ੀਆਂ ਨਾਲ ਭਰਿਆ ਹੋਵੇ। ਅਤੇ ਇੱਕ ਦਿਨ ਉਹਦੀ ਵਿਸ਼ ਪੂਰੀ ਹੋ ਗਈ। ਉਹਨਾਂ ਦੇ ਘਰ ਇੱਕ ਪਿਆਰੀ ਜਿਹੀ ਧੀ ਹੋਈ। ਉਹਨਾਂ ਨੇ ਉਹਦਾ ਨਾਮ ਰੱਖਿਆ ਸਨੋ ਵਾਈਟ। ਸਾਲ ਐਦਾਂ ਹੀ ਬੀਤਦੇ ਰਹੇ ਪਰ ਉਹਨਾਂ ਦੀ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕੀ। ਦਇਆਲੂ ਕੁਈਨ ਬਿਮਾਰ ਹੋਈ ਅਤੇ ਚੱਲ ਬਸੀ। ਰਾਜਾ ਦੀ ਉਮਰ ਹੋ ਚੱਲੀ ਸੀ ਅਤੇ ਉਹ ਕਮਜ਼ੋਰ ਹੋਣ ਲੱਗਾ ਸੀ। ਇਸ ਕਰਕੇ ਉਹਨੇ ਦੂਜਾ ਵਿਆਹ ਕਰ ਲਿੱਤਾ। ਇਹ ਰਾਣੀ ਚਿਹਰੇ ਦੀ ਤਾਂ ਖੂਬਸੂਰਤ ਸੀ ਪਰ ਦਿਲ ਦੀ ਨਹੀਂ। ਇਹ ਬਹੁਤ ਹੀ ਘਮੰਡੀ ਜਨਾਨੀ ਸੀ। ਹਰ ਰੋਜ਼ ਰਾਣੀ ਆਪਣੇ ਮੈਜਿਕ ਮਿਰਰ ਵਿੱਚ ਦੇਖਦੀ ਸੀ ਤੇ ਇਹੀ ਸਵਾਲ ਪੁੱਛਦੀ ਸੀ, ਮਿਰਰ ਮੇਰੇ ਐ ਤਾਂ ਦੱਸ, ਕੌਣ ਹੈ ਸਭ ਤੋਂ ਸੋਹਣਾ ਇੱਥੇ? ਅਤੇ ਉਹ ਮਿਰਰ ਜਵਾਬ ਦਿੰਦਾ, ਹੋਰ ਕੌਣ ਹੋਵੇਗਾ ਭਲਾ ਤੁਹਾਡੇ ਤੋਂ ਸੋਹਣਾ ਇੱਥੇ? ਰਾਣੀ ਇਹ ਜਵਾਬ ਸੁਣ ਕੇ ਬਹੁਤ ਖੁਸ਼ ਹੁੰਦੀ ਸੀ। ਇਸ ਭੈੜੀ ਰਾਣੀ ਦੇ ਆਂਦੇ ਹੀ ਕੈਸਲ ਵਿੱਚ ਸਭ ਕੁਝ ਬਦਲਣ ਲੱਗ ਪਿਆ। ਉਹਦੀਆਂ ਕਰਤੂਤਾਂ ਕਰਕੇ ਕਿੰਗਡਮ ਨੂੰ ਬਹੁਤ ਨੁਕਸਾਨ ਹੋਇਆ। ਉਹੀ ਪਰੇਸ਼ਾਨੀਆਂ ਨੂੰ ਠੀਕ ਕਰਨ ਵਾਸਤੇ ਰਾਜਾ ਨੂੰ ਕੈਸਲ ਤੋਂ ਬਾਹਰ ਜਾਣਾ ਪਿਆ।
ਭੈੜੀ ਰਾਣੀ ਬਹੁਤ ਖੁਸ਼ ਹੋਈ ਕਿਉਂਕਿ ਰਾਜਾ ਨਹੀਂ ਸੀ ਤੇ ਉਹ ਆਪਣੀ ਮਨਮਾਨੀ ਕਰ ਸਕਦੀ ਸੀ। ਸਾਲ ਤੇ ਸਾਲ ਬੀਤਦੇ ਗਏ ਅਤੇ ਸਨੋ ਵਾਈਟ ਵੱਡੀ ਹੋ ਕੇ ਇੱਕ ਬਹੁਤ ਸੋਹਣੀ ਮੁਟਿਆਰ ਬਣ ਗਈ। ਕੁਝ ਦੂਰ ਇੱਕ ਨਦੀ ਵਿੱਚ ਪਾਣੀ ਪੀਂਦੇ ਹੋਏ ਇੱਕ ਪ੍ਰਿੰਸ ਨੂੰ ਸਨੋ ਵਾਈਟ ਦਾ ਰਿਫਲੈਕਸ਼ਨ ਦਿਖਿਆ। ਉਹਨੂੰ ਆਲੇ ਦੁਆਲੇ ਸਿਰਫ ਕੁਝ ਪੰਛੀ ਦਿਸੇ, ਸਨੋ ਵਾਈਟ ਨਹੀਂ ਮਿਲੀ। ਇੱਕ ਦਿਨ ਫੇਰ ਰਾਣੀ ਨੇ ਆਪਣੇ ਮੈਜਿਕ ਮਿਰਰ ਨੂੰ ਪੁੱਛਿਆ, ਮਿਰਰ ਐ ਤਾਂ ਦੱਸ ਕੌਣ ਹੈ ਸਭ ਤੋਂ ਸੋਹਣਾ ਇੱਥੇ? ਮਿਰਰ ਨੇ ਜਵਾਬ ਦਿੱਤਾ, ਕਿਵੇਂ ਕਹਾ? ਤੁਸੀਂ ਨਹੀਂ ਰਾਣੀ, ਸਨੋ ਵਾਈਟ ਹੈ ਸਭ ਤੋਂ ਸੋਹਣੀ। ਇਹ ਸੁਣ ਕੇ ਰਾਣੀ ਨੂੰ ਬਹੁਤ ਗੁੱਸਾ ਆਇਆ। ਉਹਨੇ ਸਭ ਤੋਂ ਖਾਸ ਸਿਪਾਹੀ ਨੂੰ ਬੁਲਾਇਆ ਅਤੇ ਇੱਕ ਖਤਰਨਾਕ ਹੁਕਮ ਦਿੱਤਾ, ਤੂੰ ਸਨੋ ਵਾਈਟ ਨੂੰ ਜੰਗਲ 'ਚ ਲੈ ਕੇ ਜਾਵੇਂਗਾ ਤੇ ਮੈਨੂੰ ਉਸ ਦਾ ਦਿਲ ਲਿਆ ਕੇ ਦੇਵੇਂਗਾ। ਸਿਪਾਹੀ ਸਨੋ ਵਾਈਟ ਨੂੰ ਰਾਣੀ ਕੋਲ ਲੈ ਗਏ। ਕੀ ਹਾਲ ਚਾਲ ਸਨੋ ਵਾਈਟ? ਜਾਓ ਜ਼ਰਾ ਜੰਗਲ ਦੀ ਸੈਰ ਕਰਾਓ, ਸਾਡਾ ਸਭ ਤੋਂ ਖਾਸ ਹੰਟਰ ਤੁਹਾਡਾ ਖਿਆਲ ਰੱਖੇਗਾ। ਸਿਪਾਹੀ ਸਨੋ ਵਾਈਟ ਨੂੰ ਘਣੇ ਜੰਗਲ ਵਿੱਚ ਲੈ ਗਿਆ। ਉਹਨੂੰ ਆਪਣਾ ਕੰਮ ਕਰਨਾ ਸੀ। ਪਰ ਸਨੋ ਵਾਈਟ ਦਾ ਨੇਕੀ ਅਤੇ ਪਿਆਰ ਭਰਿਆ ਦਿਲ ਵੇਖ ਕੇ ਉਹ ਰੁਕ ਗਿਆ। ਉਹਨੇ ਉਹਨੂੰ ਵਾਰਨਿੰਗ ਦਿੱਤੀ ਕਿ ਉਹ ਮੁੜ ਕੇ ਕਦੇ ਵੀ ਕੈਸਲ ਨਾ ਜਾਵੇ। ਸੂਰਜ ਢਲਦੇ ਹੀ ਉਹਨੂੰ ਉੱਥੇ ਛੱਡ ਕੇ ਸਿਪਾਹੀ ਕੈਸਲ ਮੁੜ ਗਿਆ। ਸਨੋ ਵਾਈਟ ਨੂੰ ਇਕੱਲੇ ਹਨੇਰੇ ਵਿੱਚ ਬਹੁਤ ਡਰ ਲੱਗ ਰਿਹਾ ਸੀ। ਉਹ ਇੱਕ ਪੇੜ ਦੇ ਥੱਲੇ ਬਹਿ ਕੇ ਰੋਣ ਲੱਗੀ ਜਦੋਂ ਤੱਕ ਉਹਨੂੰ ਨੀਂਦ ਨਹੀਂ ਆ ਗਈ। ਸਵੇਰੇ ਉਹ ਪੰਛੀਆਂ ਦੀ ਆਵਾਜ਼ ਸੁਣ ਕੇ ਉੱਠੀ। ਕਈ ਸਾਰੇ ਉਹਦੇ ਆੜੀ ਬਣ ਗਏ ਸੀ। ਇਹ ਸਾਰੇ ਪੰਛੀ ਉਹਨੂੰ ਪਹਿਲਾਂ ਤੋਂ ਹੀ ਜਾਣਦੇ ਤੇ ਚਾਹੁੰਦੇ ਸੀ ਅਤੇ ਇਸ ਕਰਕੇ ਉਹਨੂੰ ਰਾਹ ਦਿਖਾਉਂਦੇ ਹੋਏ ਆਪਣੇ ਘਰ ਤੱਕ ਲੈ ਆਏ। ਉਹਨਾਂ ਦਾ ਘਰ ਪਿਆਰਾ ਅਤੇ ਛੋਟਾ ਜਿਹਾ ਸੀ। ਪੂਰਾ ਠਹਿਰ ਕੇ ਸਨੋ ਵਾਈਟ ਨੇ ਬੂਹਾ ਖੋਲ੍ਹਿਆ। ਅੰਦਰ ਸਭ ਕੁਝ ਬਹੁਤ ਨਿੱਕਾ ਜਿਹਾ ਸੀ ਅਤੇ ਸਾਫ਼ ਵੀ ਨਹੀਂ ਸੀ। ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਘਰ ਹੈ ਕਿਹਦਾ, ਪਰ ਉਹ ਇੱਥੋਂ ਜਾਂਦੀ ਵੀ ਤਾਂ ਕਿੱਥੇ, ਤੇ ਉਹਨੇ ਸਾਫ਼ ਸਫਾਈ ਸ਼ੁਰੂ ਕਰ ਦਿੱਤੀ। ਘਰ ਨੂੰ ਚਕਾਚਕ ਕਰਨ ਤੋਂ ਬਾਅਦ ਉਹਨੇ ਛੋਟੇ-ਛੋਟੇ ਭਾਂਡਿਆਂ ਵਿੱਚ ਬਣਾ ਕੇ ਕੁਝ ਖਾਧਾ। ਬਾਕੀ ਚੀਜ਼ਾਂ ਵਾਂਗ ਇਸ ਘਰ ਦੇ ਬੈੱਡ ਵੀ ਛੋਟੇ ਸੀ। ਸਨੋ ਵਾਈਟ ਇੰਨੀ ਥੱਕ ਚੁੱਕੀ ਸੀ ਕਿ ਉਹ ਜਿੱਥੇ ਸੀ ਉੱਥੇ ਹੀ ਸੋ ਸਕਦੀ ਸੀ। ਉਹਨੇ ਸੋਚਿਆ ਕਿ ਇੱਥੇ ਉਹ ਸੇਫ ਹੈ ਤੇ 3 ਬੈੱਡ ਜੋੜ ਕੇ ਉਹਨਾਂ ਉੱਤੇ ਸੋ ਗਈ। ਸਾਂਝ ਵੇਲੇ 7 ਡਵਾਰਫ ਜਿਨ੍ਹਾਂ ਦਾ ਇਹ ਘਰ ਸੀ ਕੰਮ ਕਰਕੇ ਮੁੜ ਕੇ ਆਪਣੇ ਘਰ ਆਏ। ਉਹਨਾਂ ਨੂੰ ਬੜੀ ਖੁਸ਼ੀ ਹੋਈ ਕਿ ਘਰ ਇੰਨਾ ਸਾਫ਼ ਸੀ ਅਤੇ ਵਧੀਆ ਖਾਣੇ ਦੀ ਵਾਸ਼ਨਾ ਵੀ ਆ ਰਹੀ ਸੀ। ਆਦਤ ਤੋਂ ਮਜਬੂਰ ਇੱਕ ਤੋਂ ਪੂਰਾ ਖਾਣਾ ਡਿੱਗ ਹੀ ਗਿਆ। ਇੱਕ ਡਵਾਰਫ ਸੋਚ ਰਿਹਾ ਸੀ ਕਿ ਹੋ ਕੀ ਰਿਹਾ ਹੈ ਇੱਥੇ। ਕੁਝ ਗੜਬੜ ਹੈ। ਕਿੰਨੇ ਕੀਤਾ ਇਹ ਸਾਰਾ ਕੰਮ ਅੱਜ? ਜੇ ਥੋੜਾ ਸੋ ਲਾ ਤਾਂ ਸ਼ਾਇਦ ਜਵਾਬ ਦੇ ਪਾਵਾਂ। ਸੱਤੋਂ ਡਵਾਰਫ ਹੌਲੀ ਜਿਹੇ ਉੱਤੇ ਆਪਣੇ ਬੈੱਡਰੂਮ ਵਿੱਚ ਗਏ। ਜਿੱਦਾਂ ਹੀ ਪਹੁੰਚੇ ਪੈਰਾਂ ਹੇਠ ਧਰਤੀ ਖਿਸਕ ਗਈ। ਇੰਨੀ ਸੋਹਣੀ ਇੱਕ ਕੁੜੀ ਉਹਨਾਂ ਦੇ ਬੈੱਡ ਤੇ ਸੁੱਤੀ ਪਈ ਸੀ। ਉਹਨਾਂ ਦੀ ਆਵਾਜ਼ ਸੁਣ ਕੇ ਸਨੋ ਵਾਈਟ ਦੀ ਨੀਂਦ ਟੁੱਟ ਗਈ। ਇੰਨੇ ਸਾਰੇ ਲੋਕਾਂ ਨੂੰ ਘੂਰਦੇ ਹੋਏ ਵੇਖ ਕੇ ਉਹ ਡਰ ਗਈ। ਥੋੜਾ ਡਰਦੇ ਹੋਏ ਉਹ ਬੋਲੀ, ਮੈਂ ਸਨੋ ਵਾਈਟ ਹਾਂ,
ਮੈਨੂੰ ਮਾਫ ਕਰਿਓ ਜੇ ਮੇਰੇ ਤੋਂ ਕੋਈ ਵੀ ਭੁੱਲ ਹੋਈ। ਮੇਰਾ ਐਸਾ ਕੋਈ ਵੀ ਇਰਾਦਾ ਨਹੀਂ ਸੀ। ਉਹ ਤਾਂ ਅਸੀਂ ਵੀ ਜਾਣਦੇ ਆ, ਪਰ ਨਾ ਤੁਸੀਂ ਸਫਾਈ ਵੀ ਕਰੋ ਤੇ ਖਾਣਾ ਵੀ ਬਣਾਓ। ਡੌਕ ਬੋਲਿਆ। ਅਸੀਂ ਲੋਕੀ 7 ਡਵਾਰਫਸ ਆ। ਇਹ ਹੈਪੀ, ਗ੍ਰੰਪੀ, ਡੋਪੀ, ਸਨੀਜ਼ੀ, ਬੈਸ਼ਫੁਲ ਤੇ ਮੈਂ ਡੌਗ। ਔਰ ਆ ਰਿਹਾ ਸਲੀਪੀ। ਹਾਂ, ਮੈਨੂੰ ਸੌਣ ਦਿਓ। ਸਨੋ ਵਾਈਟ ਬਹੁਤ ਖੁਸ਼ ਸੀ ਕਿ ਹੁਣ ਉਹਦੇ 7 ਹੋਰ ਮਜ਼ੇਦਾਰ ਫਰੈਂਡ ਨੇ। ਉਹਨੇ ਉਹਨਾਂ ਨੂੰ ਆਪਣੀ ਪੂਰੀ ਕਹਾਣੀ ਦੱਸੀ। 7 ਡਵਾਰਫਸ ਨੂੰ ਬੜਾ ਅਫਸੋਸ ਹੋਇਆ ਕਿ ਉਹਦੇ ਨਾਲ ਨਾਇਨਸਾਫੀ ਹੋਈ ਹੈ। ਉਹਨਾਂ ਨੇ ਉਹਨੂੰ ਆਪਣੇ ਨਾਲ ਰਹਿਣ ਲਈ ਕਿਹਾ। ਸਨੋ ਵਾਈਟ ਮੰਨ ਗਈ ਅਤੇ ਉਹ ਹਮੇਸ਼ਾ ਉਹਨਾਂ ਦੀ ਮਦਦ ਕਰਦੀ ਰਹਿੰਦੀ ਸੀ। ਉਹਨਾਂ ਦੇ ਦਿਨ ਬੜੇ ਮਜ਼ੇ ਨਾਲ ਬੀਤ ਰਹੇ ਸੀ, ਪਰ ਬਹੁਤ ਲੰਬੀ ਨਹੀਂ ਚੱਲਣ ਵਾਲੀ ਸੀ ਉਹਨਾਂ ਦੀ ਇਹ ਪਾਰਟੀ। ਇੱਕ ਦਿਨ ਭੈੜੀ ਰਾਣੀ ਨੇ ਮੈਜਿਕ ਮਿਰਰ ਨੂੰ ਫੇਰ ਉਹੀ ਸਵਾਲ ਪੁੱਛਿਆ। ਮਿਰਰ, ਮੈਨੂੰ ਇਹ ਤਾਂ ਦੱਸ, ਕੌਣ ਹੈ ਸਭ ਤੋਂ ਸੋਹਣੀ ਇੱਥੇ? ਮਾਫ ਕਰਿਓ ਰਾਣੀ, ਸਾਡੀ ਸਨੋ ਵਾਈਟ ਹੈ ਸਭ ਤੋਂ ਸੋਹਣੀ। ਪਰ ਰਾਣੀ ਨੂੰ ਤਾਂ ਇਹ ਲੱਗਿਆ ਸੀ ਕਿ ਉਹ ਮਰ ਚੁੱਕੀ ਹੈ। ਉਹਨੂੰ ਨਹੀਂ ਪਤਾ ਸੀ ਕਿ ਸਿਪਾਹੀ ਨੇ ਕੰਮ ਨਹੀਂ ਕੀਤਾ ਅਤੇ ਆਪੇ ਹੀ ਇਹ ਕੰਮ ਮੁਕਾਉਣ ਦਾ ਸੋਚਿਆ। ਉਸ ਘਰ ਵਿੱਚ ਇੱਕ ਸੁਹਾਣੀ ਸਵੇਰ ਸੀ। ਸਨੋ ਵਾਈਟ 7 ਡਵਾਰਫਸ ਨੂੰ ਕੰਮ ਤੇ ਭੇਜ ਰਹੀ ਸੀ, ਉਹਨਾਂ ਨੂੰ ਇੱਕ ਕਿਸ ਦੇ ਕੇ। ਡੌਕ ਨੇ ਆਪਣੀ ਵਾਰਨਿੰਗਸ ਸਨੋ ਵਾਈਟ ਨੂੰ ਉਸ ਦਿਨ ਵੀ ਦੱਸੀ। ਸਾਡੇ ਰੂਲਸ ਯਾਦ ਹੈ ਨਾ, ਕੋਈ ਵੀ ਉੱਪਰੋਂ ਬੰਦਾ ਆਏ, ਬੂਹਾ ਖੜਕਾਏ ਤੇ ਖੋਲਣਾ ਨਹੀਂ। ਓਕੇ ਡੌਕ, ਪਰ ਤੁਸੀਂ ਦੇਰ ਨਾ ਕਰਿਓ। ਸਨੋ ਵਾਈਟ ਖਾਣਾ ਬਣਾ ਰਹੀ ਸੀ। ਉਸੇ ਵੇਲੇ ਬੂਹੇ ਤੇ ਖਟਖਟ ਹੋਈ। ਡਵਾਰਫਸ ਇਸ ਟਾਈਮ ਤਾਂ ਨਹੀਂ ਮੁੜ ਕੇ ਆਉਂਦੇ। ਕੌਣ ਹੈ ਉੱਥੇ? ਡੌਕ, ਤੁਸੀਂ ਹੋ? ਬਾਹਰੋਂ ਇੱਕ ਬੁੱਢੀ ਜਨਾਨੀ ਦੀ ਆਵਾਜ਼ ਆਈ। ਮੈਂ ਵਿਚਾਰੀ ਤੁਹਾਡਾ ਕੀ ਵਿਗਾੜ ਦਵਾਂਗੀ, ਖੋਲੋ ਤਾਂ ਸਹੀ। ਪੀਪ ਹੋਲ ਵਿੱਚੋਂ ਵੇਖਿਆ ਤਾਂ ਇੱਕ ਕਮਜ਼ੋਰ ਜਿਹੀ ਬੁੱਢੀ ਜਨਾਨੀ ਦਿਸੀ। ਉਹਨੇ ਸੋਚਿਆ ਇਹ ਭਲਾ ਕੀ ਨੁਕਸਾਨ ਕਰੂਗੀ ਮੇਰਾ, ਅਤੇ ਉਹਨੇ ਬੂਹਾ ਖੋਲ ਦਿੱਤਾ। ਹਾਏ ਮੇਰੀ ਸੋਹਣੀ ਕੁੜੀ, ਮੈਂ ਇੱਥੋਂ ਲੰਘ ਰਹੀ ਸੀ। ਜੇ ਕੁਝ ਖਾਣ ਨੂੰ ਦੇ ਦਿੰਦੀ ਧੀਏ, ਸੀਸਾਂ ਦਵਾਂਗੀ ਤੈਨੂੰ। ਸਨੋ ਵਾਈਟ ਨੇ ਉਹਨੂੰ ਅੰਦਰ ਬੁਲਾਇਆ ਤੇ ਗਰਮ ਖਾਣਾ ਦਿੱਤਾ। ਰੱਬ ਤੇਰਾ ਭਲਾ ਕਰੇ ਕੁੜੀਏ। ਮੇਰੇ ਕੋਲ ਪੈਸੇ ਤਾਂ ਹੈ ਨਹੀਂ, ਪਰ ਇੱਕ ਬਹੁਤ ਵਧੀਆ ਐਪਲ ਹੈ। ਇਸ ਐਪਲ ਦੀ ਇੱਕ ਬਾਈਟ ਵਿੱਚ ਜਾਦੂ ਹੈ। ਸਨੋ ਵਾਈਟ ਨੇ ਛੇਤੀ ਹੀ ਉਹਦੀ ਇੱਕ ਬਾਈਟ ਲਿੱਤੀ ਅਤੇ ਉਹ ਚੱਕਰ ਖਾ ਕੇ ਡਿੱਗ ਪਈ। ਇਹ ਬੁੱਢੀ ਜਨਾਨੀ ਹੋਰ ਕੋਈ ਨਹੀਂ ਬਲਕਿ ਉਹ ਹੀ ਭੈੜੀ ਰਾਣੀ ਸੀ ਅਤੇ ਉਸ ਐਪਲ ਵਿੱਚ ਜਾਦੂ ਨਹੀਂ, ਜ਼ਹਿਰ ਸੀ। ਉਹਦੀ ਇੱਕ ਬਾਈਟ ਵਿੱਚ ਇੰਨਾ ਜ਼ਹਿਰ ਸੀ ਕਿ ਸਨੋ ਵਾਈਟ ਐਸੀ ਨੀਂਦ ਵਿੱਚ ਸੋ ਜਾਵੇ ਕਿ ਫੇਰ ਕਦੀ ਉੱਠ ਹੀ ਨਾ ਸਕੇ। ਜਦੋਂ 7 ਡਵਾਰਫਸ ਘਰ ਆਏ, ਉਹਨਾਂ ਨੂੰ ਸਨੋ ਵਾਈਟ ਧਰਤੀ ਤੇ ਡਿੱਗੀ ਮਿਲੀ। ਡੌਕ ਨੇ ਵੇਖਿਆ ਉਸ ਐਪਲ ਨੂੰ। ਸਨੋ ਵਾਈਟ ਸੁੱਤੀ ਹੋਈ ਵੀ ਬਹੁਤ ਸੋਹਣੀ ਲੱਗ ਰਹੀ ਸੀ। ਡਵਾਰਫਸ ਨੇ ਉਹਨੂੰ ਇੱਕ ਗਲਾਸ ਬਾਕਸ ਵਿੱਚ ਸਜਾਵਟ ਦੇ ਨਾਲ ਰੱਖ ਦਿੱਤਾ ਅਤੇ ਜੰਗਲ ਵਿੱਚ ਐਸੇ ਥਾਂ ਤੇ ਰੱਖਿਆ ਜਿੱਥੇ ਉਹਦੇ ਸਾਰੇ ਦੋਸਤ ਉਹਨੂੰ ਮਿਲ ਸਕਦੇ ਸੀ। ਇੱਕ ਦਿਨ ਇੱਕ ਪ੍ਰਿੰਸ ਉਸੇ ਜੰਗਲ ਵਿੱਚ ਆਇਆ ਜਦੋਂ ਸਨੋ ਵਾਈਟ ਸੋ ਰਹੀ ਸੀ ਅਤੇ ਪੰਛੀਆਂ ਨੇ ਉਹਨੂੰ ਰਸਤਾ ਵਿਖਾਇਆ ਉੱਥੇ ਦਾ ਜਿੱਥੇ ਸਨੋ ਵਾਈਟ ਸੋ ਰਹੀ ਸੀ। ਪ੍ਰਿੰਸ ਨੂੰ ਭਰੋਸਾ ਨਹੀਂ ਹੋਇਆ ਕਿ ਇਹ ਉਹੀ ਸੋਹਣੀ ਪ੍ਰਿੰਸੈਸ ਹੈ ਜਿਹਦੀ ਰਿਫਲੈਕਸ਼ਨ ਉਹਨੇ ਇੱਕ ਵਾਰੀ ਪਾਣੀ ਵਿੱਚ ਵੇਖੀ ਸੀ ਅਤੇ ਕਈ ਵਾਰੀ ਸੁਪਨਿਆਂ ਵਿੱਚ। ਉਹਨੇ ਗਲਾਸ ਬਾਕਸ ਦਾ ਕਵਰ ਹਟਾਇਆ, ਸਨੋ ਵਾਈਟ ਨੂੰ ਕਿਸ ਕੀਤਾ। ਉਸੇ ਪਲ ਸਨੋ ਵਾਈਟ ਤੇ ਪ੍ਰਿੰਸ ਦੋਨਾਂ ਦੇ ਸੁਪਨੇ ਸੱਚ ਹੋ ਗਏ। ਉਹਨਾਂ ਦਾ ਪਿਆਰ ਬੁਰਾਈ ਤੋਂ ਜਿੱਤ ਗਿਆ ਅਤੇ ਸਨੋ ਵਾਈਟ ਮੁੜ ਕੇ ਠੀਕ ਹੋ ਗਈ। ਉਸੇ ਵੇਲੇ ਰਾਜਾ ਨੂੰ ਆਪਣੀ ਧੀ ਦੇ ਨਾਲ
ਹੋਏ ਅਤਿਆਚਾਰਾਂ ਦਾ ਪਤਾ ਲੱਗਿਆ ਅਤੇ ਉਹਨੇ ਮੈਜਿਕ ਮਿਰਰ ਨੂੰ ਤੋੜ ਦਿੱਤਾ ਅਤੇ ਰਾਣੀ ਨੂੰ ਕੈਸਲ ਤੋਂ ਦੂਰ ਭੇਜ ਦਿੱਤਾ। ਸਨੋ ਵਾਈਟ ਆਪਣੇ ਘਰ ਆਪਣੇ ਕੈਸਲ ਮੁੜ ਆਈ, ਆਪਣੇ ਪਾਪਾ ਦੇ ਕੋਲ। ਸਨੋ ਵਾਈਟ ਤੇ ਪ੍ਰਿੰਸ ਦਾ ਵਿਆਹ ਬਹੁਤ ਸ਼ਾਨਦਾਰ ਹੋਇਆ। ਸਨੋ ਵਾਈਟ, ਰਾਜਾ, ਪ੍ਰਿੰਸ ਅਤੇ 7 ਡਵਾਰਫਸ ਮਿਲ ਕੇ ਹਮੇਸ਼ਾ ਖੁਸ਼ੀ ਦੇ ਨਾਲ ਰਹੇ। ਕਈ ਸਾਲ ਪਹਿਲਾਂ ਇਸ ਧਰਤੀ ਦੇ ਦੂਰ ਦਰਾਜ਼ ਇਲਾਕੇ ਵਿੱਚ ਇੱਕ ਬਹੁਤ ਸੋਹਣੀ ਕੁੜੀ ਰਹਿੰਦੀ ਸੀ, ਸਿੰਡਰੈਲਾ। ਉਹਦੀ ਮਾਂ ਨੂੰ ਗੁਜ਼ਰੇ ਬਹੁਤ ਸਾਲ ਹੋ ਗਏ ਸੀ। ਉਹਦੇ ਪਿਓ ਨੇ ਹੀ ਉਹਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ। ਜਦ ਸਿੰਡਰੇਲਾ ਦੇ ਪਿਤਾ ਜੀ ਨੇ ਦੂਜਾ ਵਿਆਹ ਕੀਤਾ ਤਾਂ ਉਹਦੇ ਜੀਵਨ ਵਿੱਚ ਬਹੁਤ ਬਦਲਾਅ ਆਇਆ। ਉਸਦੇ ਪਿਓ ਦੀ ਨਵੀਂ ਘਰਵਾਲੀ ਤੇ ਉਹਦੀ 2 ਬੇਟੀਆਂ ਮਤਰੇਈ ਪਿਓ ਦੇ ਘਰ ਰਹਿਣ ਵਾਸਤੇ ਆ ਗਏ। ਪਹਿਲੀ ਵਾਰ ਜਦੋਂ ਉਹ ਮਿਲੇ ਉਦੋਂ ਤੋਂ ਹੀ ਮਤਰੇਈ ਮਾਂ ਨੂੰ ਸਿੰਡਰੇਲਾ ਇੱਕ ਅੱਖ ਨਹੀਂ ਪਾਉਂਦੀ ਸੀ। ਉਹ ਤੇ ਉਹਦੀਆਂ ਬੇਟੀਆਂ ਸਿੰਡਰੇਲਾ ਦੀ ਖੂਬਸੂਰਤੀ ਨੂੰ ਵੇਖ ਕੇ ਅਤੇ ਦਇਆਲੂ ਦਿਲ ਤੋਂ ਬਹੁਤ ਜਲਨ ਕਰਦੇ ਸੀ। ਸਿੰਡਰੇਲਾ ਦੀਆਂ ਭੈਣਾਂ ਸਿੰਡਰੇਲਾ ਜਿੰਨੀਆਂ ਸੋਹਣੀਆਂ ਨਹੀਂ ਸਨ। ਐਨਾ ਹੀ ਨਹੀਂ, ਉਹ ਦੋਵੇਂ ਬਹੁਤ ਹੀ ਗੁੱਸੇ ਵਾਲੀਆਂ ਤੇ ਵਿਗੜੀਆਂ ਹੋਈਆਂ ਵੀ ਸੀ। ਇੱਕ ਦਿਨ ਕਿਸੇ ਕੰਮ ਕਰਕੇ ਸਿੰਡਰੇਲਾ ਦੇ ਪਿਓ ਨੂੰ ਲੰਮੀ ਯਾਤਰਾ ਤੇ ਜਾਣਾ ਪਿਆ ਅਤੇ ਇਹੀ ਉਹ ਸਮਾਂ ਸੀ ਜਦ ਸਿੰਡਰੇਲਾ ਦੀ ਮਤਰੇਈ ਮਾਂ ਤੇ ਉਹਦੀਆਂ ਭੈਣਾਂ ਨੇ ਉਹਦੇ ਜੀਵਨ ਨੂੰ ਨਰਕ ਬਣਾ ਦਿੱਤਾ। ਜਦ ਸਿੰਡਰੇਲਾ ਬਗੀਚੇ ਵਿੱਚ ਆਪਣੇ ਪਿਆਰੇ ਪੰਛੀਆਂ ਨਾਲ ਗੱਲਾਂ ਕਰ ਰਹੀ ਸੀ ਤਾਂ ਉਹਦੀ ਮਤਰੇਈ ਮਾਂ ਉਹਦੇ ਕੋਲ ਆਈ। ਅੱਜ ਤੋਂ ਬਾਅਦ ਤੂੰ ਇਸ ਬਾਲਕਨੀ ਵਿੱਚ ਰਹੇਂਗੀ, ਘਰ ਦੇ ਸਾਰੇ ਕੰਮ ਕਰੇਂਗੀ ਤੇ ਮੈਨੂੰ ਤੇਰਾ ਇਹਨਾਂ ਕੱਪੜਿਆਂ ਵਿੱਚ ਘੁੰਮਣਾ ਫਿਰਨਾ ਬਿਲਕੁਲ ਵੀ ਪਸੰਦ ਨਹੀਂ। ਸਿੰਡਰੇਲਾ ਨੂੰ ਪਤਾ ਨਹੀਂ ਸੀ ਇਸ ਤੇ ਕੀ ਜਵਾਬ ਦੇਵੇ। ਬੇਬਸ ਰੂਪ ਵਿੱਚ ਜਿਵੇਂ ਉਹਨੂੰ ਕਿਹਾ ਗਿਆ ਉਹਨੇ ਕੀਤਾ। ਉਸਨੇ ਆਪਣੀਆਂ ਚੀਜ਼ਾਂ ਚੱਕੀਆਂ ਤੇ ਬਾਲਕਨੀ ਵਿੱਚ ਚਲੀ ਗਈ। ਉਸ ਦਿਨ ਤੋਂ ਬਾਅਦ ਤੋਂ ਸਿੰਡਰੇਲਾ ਘਰ ਦੇ ਸਾਰੇ ਕੰਮ ਆਪ ਹੀ ਕਰ ਲਿਆ ਕਰਦੀ ਸੀ। ਉਹ ਬਹੁਤ ਥੱਕ ਜਾਂਦੀ, ਪਰ ਨਾ ਹੀ ਉਹਦੀ ਮਤਰੇਈ ਮਾਂ ਤੇ ਨਾ ਹੀ ਮਤਰੇਈ ਭੈਣਾਂ ਨੂੰ ਉਹਦੇ ਤੇ ਕੋਈ ਦਇਆ ਆਂਦੀ। ਫਰਸ਼ ਨੂੰ ਦੁਬਾਰਾ ਚੰਗੀ ਤਰ੍ਹਾਂ ਸਾਫ਼ ਕਰ, ਕੀ ਤੈਨੂੰ ਕੋਈ ਮਿੱਟੀ ਨਜ਼ਰ ਨਹੀਂ ਆਂਦੀ? ਕੀ ਤੂੰ ਹਾਲੇ ਤੱਕ ਕੱਪੜੇ ਵੀ ਨਹੀਂ ਧੋਤੇ? ਮੇਰੇ ਕੋਲ ਪਾਉਣ ਦੇ ਲਈ ਕੋਈ ਚੰਗੀ ਡਰੈਸ ਨਹੀਂ ਹੈਗੀ। ਸਿੰਡਰੇਲਾ ਦੇ ਕੋਲ ਚੂਹਿਆਂ ਅਤੇ ਖਿੜਕੀ ਤੇ ਆ ਕੇ ਬਹਿਣ ਵਾਲੇ ਪੰਛੀਆਂ ਤੋਂ ਇਲਾਵਾ ਕੋਈ ਦੋਸਤ ਨਹੀਂ ਸੀ। ਸਰਦੀ ਤੋਂ ਬਚਣ ਦੇ ਲਈ ਰਾਤ ਦੇ ਵੇਲੇ ਸਿੰਡਰੇਲਾ ਥੱਲੇ ਚਿਮਨੀ ਦੇ ਕੋਲ ਜਾ ਕੇ ਸੇਕ ਲੈਂਦੀ ਤੇ ਉੱਥੇ ਹੀ ਸੋ ਜਾਂਦੀ। ਇੰਝ ਹੀ ਦਿਨ ਗੁਜ਼ਰਦੇ ਗਏ। ਇੱਕ ਦਿਨ ਸ਼ਹਿਰ ਵਿੱਚ ਰਾਜ ਵੱਲੋਂ ਇੱਕ ਮੁਨਾਦੀ ਕੀਤੀ ਗਈ। ਸਾਡੇ ਰਾਜਕੁਮਾਰ ਵੱਲੋਂ ਮਹਿਲ ਵਿੱਚ ਇੱਕ ਦਾਵਤ ਦਾ ਇੰਤਜ਼ਾਮ ਕੀਤਾ ਗਿਆ ਹੈ। ਵਿਆਹ ਦੇ ਲਈ ਲਾਇਕ ਸਾਰੀ ਕੁੜੀਆਂ ਨੂੰ ਇਸ ਦਾਵਤ ਵਿੱਚ ਆਉਣ ਦਾ ਨਿਯੋਤਾ ਦਿੱਤਾ ਜਾਂਦਾ ਹੈ। ਜਿਵੇਂ ਹੀ ਮਤਰੇਈ ਭੈਣਾਂ ਨੇ ਇਹ ਗੱਲ ਸੁਣੀ, ਉਹ ਭੱਜਦੇ ਹੋਏ ਘਰ ਗਈਆਂ ਅਤੇ ਆਪਣੀ ਮਾਂ ਨੂੰ ਇਸ ਬਾਰੇ ਦੱਸਿਆ। ਪਾਰਟੀ ਵਿੱਚ ਤੁਸੀਂ ਦੋਵੇਂ ਹੀ ਸਭ ਤੋਂ ਸੋਹਣੀਆਂ ਹੋਵਗੀਆਂ। ਰਾਜਕੁਮਾਰ ਨੂੰ ਤੁਹਾਡੇ ਦੋਵਾਂ ਵਿੱਚੋਂ ਹੀ ਇੱਕ ਨੂੰ ਚੁਣਨਾ ਚਾਹੀਦਾ ਹੈ। ਹਾਂ, ਇਸ ਤਰ੍ਹਾਂ ਅਸੀਂ ਸਾਰੇ ਮਹਿਲ ਵਿੱਚ ਰਹਿ ਸਕਾਂਗੇ, ਹੈ ਨਾ ਮਾਂ? ਮੈਨੂੰ ਤੁਹਾਡੇ ਦੋਵਾਂ ਦੇ ਲਈ ਗਾਊਨ ਤੇ ਜੁੱਤੇ ਖਰੀਦਣੇ ਹੋਣਗੇ। ਚਲੋ ਅਸੀਂ ਖਰੀਦਦਾਰੀ ਕਰਕੇ ਆਈਏ। ਮਤਰੇਈ ਮਾਂ ਤੇ ਭੈਣਾਂ ਬਾਹਰ ਚਲੀਆਂ ਗਈਆਂ। ਉੱਥੇ ਖੜੇ ਹੋ ਕੇ ਸਾਰੀਆਂ ਗੱਲਾਂ ਸੁਣਨ ਵਾਲੀ ਸਿੰਡਰੇਲਾ ਉਦਾਸ ਹੋ ਗਈ। ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਸੀ। ਮਤਰੇਈ ਭੈਣਾਂ ਦੇ ਗਾਊਨ ਤਿਆਰ ਹੋ ਕੇ ਆ ਗਏ ਸੀ। ਹਰ ਰੋਜ਼ ਉਹ ਦੋਵੇਂ ਸ਼ੀਸ਼ੇ ਦੇ ਸਾਹਮਣੇ ਖੜੀਆਂ ਰਹਿੰਦੀਆਂ ਤੇ ਖੁਦ ਨੂੰ ਦੱਸਦੀਆਂ, ਅਸੀਂ ਪਾਰਟੀ ਵਿੱਚ ਸਭ ਤੋਂ ਸੋਹਣੀਆਂ ਕੁੜੀਆਂ ਹੋਵਾਂਗੀਆਂ। ਆਖਰ ਉਹ ਦਿਨ ਆ ਹੀ ਗਿਆ। ਮਤਰੇਈ ਭੈਣਾਂ ਅੱਜ ਛੇਤੀ ਉੱਠ ਗਈਆਂ ਸੀ। ਉਹਨਾਂ ਨੇ ਸਿੰਡਰੇਲਾ ਨੂੰ ਸੱਦਿਆ। ਸਿੰਡਰੇਲਾ, ਸਿੰਡਰੇਲਾ, ਛੇਤੀ ਇੱਥੇ ਆ। ਕਿੱਥੇ ਹੈ ਤੂੰ? ਛੇਤੀ ਸਾਡੇ ਨਹਾਉਣ ਦੀ ਤਿਆਰੀ ਕਰ। ਪੂਰਾ ਦਿਨ ਸਿੰਡਰੇਲਾ ਨੇ ਭੈਣਾਂ ਦੀ ਤਿਆਰ ਹੋਣ ਵਿੱਚ ਮਦਦ ਕੀਤੀ। ਜ਼ਰਾ ਹੌਲੀ ਹੌਲੀ ਬ੍ਰਸ਼ ਕਰ, ਮੇਰੇ ਸਾਰੇ ਵਾਲ ਤੋੜਨੇ ਨੇ ਕੀ? ਸ਼ਾਮ ਤੱਕ ਦੋਵੇਂ ਪਾਰਟੀ ਦੇ ਲਈ ਤਿਆਰ ਹੋ ਗਈਆਂ ਸੀ। ਤੁਸੀਂ ਦੋਵੇਂ ਬਹੁਤ ਸੋਹਣੀਆਂ ਲੱਗ ਰਹੀਆਂ ਹੋ। ਸਿੰਡਰੇਲਾ ਨੇ ਆਪਣੀ ਪੂਰੀ ਹਿੰਮਤ ਜੁਟਾ ਕੇ ਮਤਰੇਈ ਮਾਂ ਨੂੰ ਪੁੱਛਿਆ, ਕੀ ਮੈਂ ਵੀ ਪਾਰਟੀ ਵਿੱਚ ਆ ਸਕਦੀ ਹਾਂ? ਕੌਣ? ਤੂੰ? ਹਾਂ,
ਉਹਨਾਂ ਨੇ ਸਾਰੀਆਂ ਜਵਾਨ ਕੁੜੀਆਂ ਨੂੰ ਬੁਲਾਇਆ ਹੈ ਕਿ ਪਾਰਟੀ ਦੇ ਲਈ ਤੇਰੇ ਕੋਲ ਕੋਈ ਕੱਪੜੇ ਵੀ ਨੇ। ਰਾਜਕੁਮਾਰ ਨੂੰ ਆਪਣੇ ਲਈ ਰਾਣੀ ਚਾਹੀਦੀ ਹੈ, ਨੌਕਰਾਣੀ ਨਹੀਂ। ਚਲੋ ਕੁੜੀਓ, ਪਾਰਟੀ ਦੇ ਲਈ ਦੇਰ ਹੋ ਰਹੀ ਹੈ ਤੇ ਤੁਸੀਂ ਯਾਦ ਰੱਖਣਾ, ਸੌਣ ਤੋਂ ਪਹਿਲਾਂ ਸਾਰੇ ਕੰਮ ਹੋ ਜਾਣੇ ਚਾਹੀਦੇ ਨੇ। ਮਤਰੇਈ ਮਾਂ ਤੇ ਭੈਣਾਂ ਪਾਰਟੀ ਦੇ ਲਈ ਨਿਕਲ ਗਈਆਂ ਅਤੇ ਘਰ ਵਿੱਚ ਕੱਲੀ ਸਿੰਡਰੇਲਾ ਰੋਣ ਲੱਗੀ। ਮੈਂ ਪਾਰਟੀ ਵਿੱਚ ਕਿਉਂ ਨਹੀਂ ਜਾ ਸਕਦੀ? ਜੇ ਅੱਜ ਮੇਰੇ ਮਾਪਿਓ ਹੁੰਦੇ ਤਾਂ ਇਹ ਸਭ ਨਾ ਹੁੰਦਾ। ਉਸੇ ਵੇਲੇ ਇੱਕ ਚਮਕਦਾਰ ਰੌਸ਼ਨੀ ਨਜ਼ਰ ਆਈ। ਪਹਿਲਾਂ ਸਿੰਡਰੇਲਾ ਸਮਝ ਨਹੀਂ ਸਕੀ ਕਿ ਉਹ ਕੀ ਸੀ। ਉਹ ਰੌਸ਼ਨੀ ਨੂੰ ਇੱਕ ਟਕ ਵੇਖੀ ਜਾ ਰਹੀ ਸੀ ਤੇ ਅਚਾਨਕ ਉਸ ਰੌਸ਼ਨੀ ਦੇ ਵਿੱਚੋਂ ਇੱਕ ਖੂਬਸੂਰਤ ਪਰੀ ਨਜ਼ਰ ਆਈ। ਮੇਰੀ ਪਿਆਰੀ ਸਿੰਡਰੇਲਾ, ਰੋ ਨਾ, ਤੂੰ ਵੀ ਮਹਿਲ ਦੀ ਪਾਰਟੀ ਵਿੱਚ ਜਾਵੇਂਗੀ। ਸਿੰਡਰੇਲਾ ਨੂੰ ਆਪਣੀ ਅੱਖਾਂ ਤੇ ਯਕੀਨ ਨਹੀਂ ਹੋਇਆ। ਉਸਨੇ ਹੜਬੜਾ ਕੇ ਪੁੱਛਿਆ, ਕੀ ਮੈਂ ਜਾ ਸਕਦੀ ਹਾਂ? ਮੇਰੀ ਹਾਲਤ ਤਾਂ ਵੇਖੋ। ਚਿੰਤਾ ਨਾ ਕਰ, ਮੈਂ ਹਾਂ ਨਾ ਤੇਰੀ ਮਦਦ ਦੇ ਲਈ। ਮੈਨੂੰ ਇੱਕ ਕੱਦੂ ਤੇ 7 ਚੂਹੇ ਲਿਆ ਕੇ ਦੇ। ਸਿੰਡਰੇਲਾ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹਨੂੰ ਇਹ ਚੀਜ਼ਾਂ ਕਿਉਂ ਚਾਹੀਦੀਆਂ ਨੇ, ਪਰ ਉਸਨੇ ਉਹੀ ਕੀਤਾ ਜੋ ਉਹਨੂੰ ਕਿਹਾ ਗਿਆ। ਪਹਿਲਾਂ ਉਹ ਰਸੋਈ 'ਚ ਗਈ ਤੇ ਵੱਡਾ ਜਿਹਾ ਕੱਦੂ ਲੈ ਆਈ। ਫਿਰ ਉਹ ਬਾਲਕਨੀ ਵਿੱਚ ਗਈ ਤੇ ਆਪਣੇ ਚੂਹੇ ਦੋਸਤਾਂ ਨੂੰ ਲੈ ਕੇ ਫਿਰ ਤੋਂ ਥੱਲੇ ਆਈ। ਪਰੀ ਨੇ ਆਪਣੀ ਜਾਦੂਈ ਛੜੀ ਨਾਲ ਕੱਦੂ ਨੂੰ ਇੱਕ ਸੋਹਣੀ ਬੱਗੀ ਵਿੱਚ ਬਦਲ ਦਿੱਤਾ। ਫਿਰ ਉਹ ਚੂਹਿਆਂ ਵੱਲ ਮੁੜੀ। ਉਹਨਾਂ ਵਿੱਚੋਂ ਇੱਕ ਡਰਾਈਵਰ ਬਣ ਗਿਆ ਤੇ ਬਾਕੀ 6 ਸੋਹਣੇ ਚਿੱਟੇ ਘੋੜਿਆਂ ਵਿੱਚ ਬਦਲ ਗਏ। ਹੈਰਾਨ ਹੋਈ ਸਿੰਡਰੇਲਾ ਬੱਗੀ ਤੇ ਘੋੜਿਆਂ ਨੂੰ ਵੇਖ ਰਹੀ ਸੀ। ਉਸੇ ਵੇਲੇ ਪਰੀ ਉਹਦੇ ਵੱਲ ਮੁੜੀ। ਜਦ ਉਹਨੇ ਆਪਣੀ ਜਾਦੂਈ ਛੜੀ ਨਾਲ ਸਿੰਡਰੇਲਾ ਨੂੰ ਛੂਹਿਆ ਤਾਂ ਉਹਦੀ ਪੁਰਾਣੀ ਡਰੈਸ ਇੱਕ ਖੂਬਸੂਰਤ ਪਾਰਟੀ ਗਾਊਨ ਵਿੱਚ ਬਦਲ ਗਈ ਅਤੇ ਉਸ ਦੇ ਪੈਰਾਂ ਦੀਆਂ ਚੱਪਲਾਂ ਸੋਹਣੀਆਂ ਕੱਚ ਦੇ ਜੁੱਤੇ ਵਿੱਚ ਬਦਲ ਗਈਆਂ। ਮੈਂ ਰਾਜਕੁਮਾਰੀ ਦੀ ਤਰ੍ਹਾਂ ਨਜ਼ਰ ਆ ਰਹੀ ਹਾਂ। ਹੁਣ ਪਾਰਟੀ ਵਿੱਚ ਜਾਣ ਦਾ ਸਮਾਂ ਹੋ ਗਿਆ, ਪਰ ਭੁੱਲੀ ਨਾ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਚਲੀ ਆਈ, ਕਿਉਂਕਿ ਉਹਦੇ ਬਾਅਦ ਤੂੰ ਪਹਿਲਾਂ ਵਰਗੀ ਹੀ ਹੋ ਜਾਵੇਂਗੀ। ਸਿੰਡਰੇਲਾ ਨੇ ਪਰੀ ਦੀ ਗੱਲਾਂ ਨੂੰ ਧਿਆਨ ਨਾਲ ਸੁਣਿਆ। ਫਿਰ ਉਹ ਬੱਗੀ ਵਿੱਚ ਬੈਠੀ ਅਤੇ ਮਹਿਲ ਵੱਲ ਚੱਲ ਪਈ। ਉਸ ਦੀ ਸੋਹਣੀ ਬੱਗੀ ਮਹਿਲ ਦੇ ਸਾਹਮਣੇ ਜਾ ਕੇ ਰੁਕ ਗਈ। ਜਦ ਸਿੰਡਰੇਲਾ ਖੂਬਸੂਰਤ ਦਰਵਾਜ਼ਿਆਂ ਵਿੱਚੋਂ ਹੁੰਦੀ ਹੋਈ ਮਹਿਲ ਵਿੱਚ ਦਾਖਲ ਹੋਈ ਤਾਂ ਸਭ ਦੀਆਂ ਅੱਖਾਂ ਉਹਨੂੰ ਹੀ ਤੱਕ ਰਹੀਆਂ ਸਨ। ਉਹ ਬਹੁਤ ਸੋਹਣੀ ਤੇ ਖਾਨਦਾਨੀ ਨਜ਼ਰ ਆ ਰਹੀ ਸੀ। ਉਹਦੀ ਮਤਰੇਈ ਮਾਂ ਤੇ ਮਤਰੇਈ ਭੈਣਾਂ ਵੀ ਐਨੀ ਸੋਹਣੀ ਕੁੜੀ ਨੂੰ ਵੇਖਦੀਆਂ ਹੀ ਰਹਿ ਗਈਆਂ। ਉਹ ਉਹਨੂੰ ਪਛਾਣ ਵੀ ਨਹੀਂ ਸਕੀਆਂ। ਅਚਾਨਕ ਪੌੜੀਆਂ ਤੇ ਰਾਜਕੁਮਾਰ ਨਜ਼ਰ ਆਇਆ। ਸਿੰਡਰੇਲਾ ਸੱਚਮੁੱਚ ਪਾਰਟੀ ਵਿੱਚ ਮੌਜੂਦ ਸਾਰੀ ਕੁੜੀਆਂ ਵਿੱਚੋਂ ਸਭ ਤੋਂ ਸੋਹਣੀ ਲੱਗ ਰਹੀ ਸੀ। ਰਾਜਕੁਮਾਰ ਨੂੰ ਪਹਿਲੀ ਨਜ਼ਰ ਵਿੱਚ ਇਸ ਐਨੀ ਸੋਹਣੀ ਕੁੜੀ ਨਾਲ ਪਿਆਰ ਹੋ ਗਿਆ। ਸਾਰੇ ਉਹਨੂੰ ਬੜੀ ਉਤਸੁਕਤਾ ਨਾਲ ਵੇਖ ਰਹੇ ਸੀ। ਰਾਜਕੁਮਾਰ ਹੌਲੀ-ਹੌਲੀ ਅੱਗੇ ਵਧਿਆ। ਮਤਰੇਈ ਭੈਣਾਂ ਬਹੁਤ ਖੁਸ਼ ਹੋਈਆਂ ਇਹ ਸੋਚ ਕੇ ਕਿ ਰਾਜਕੁਮਾਰ ਉਹਨਾਂ ਵੱਲ ਵੱਧ ਰਿਹਾ ਹੈ। ਉਹ ਮੇਰੇ ਵੱਲ ਆ ਰਿਹਾ ਹੈ। ਨਹੀਂ, ਉਹ ਮੇਰੇ ਕੋਲ ਆ ਰਿਹਾ ਹੈ। ਪਰ ਰਾਜਕੁਮਾਰ ਅੱਗੇ ਵਧਿਆ ਤੇ ਸਿੱਧਾ ਸਿੰਡਰੇਲਾ ਦੇ ਸਾਹਮਣੇ ਰੁਕ ਗਿਆ। हे ਸੁੰਦਰੀਏ, ਕੀ ਤੂੰ ਮੇਰੇ ਨਾਲ ਨੱਚਣਾ ਪਸੰਦ ਕਰੇਂਗੀ? ਸਿੰਡਰੇਲਾ ਨੇ ਬੜੇ ਅਦਬ ਨਾਲ ਹਾਂ ਕਿਹਾ। ਰਾਜਕੁਮਾਰ ਤੇ ਸਿੰਡਰੇਲਾ ਨੇ ਉਤਸੁਕਤਾ ਨਾਲ ਵੇਖ ਰਹੇ ਸਾਰੇ ਮਹਿਮਾਨਾਂ ਦੇ ਵਿੱਚ ਨੱਚਣਾ ਸ਼ੁਰੂ ਕੀਤਾ। ਸਿੰਡਰੇਲਾ ਸੰਗੀਤ ਤੇ ਨ੍ਰਿਤਯ ਤੋਂ ਇੰਨੀ ਪ੍ਰਭਾਵਿਤ ਹੋ ਗਈ ਕਿ ਉਹਨੂੰ ਲੱਗਿਆ ਜਿਵੇਂ ਮਹਿਲ ਵਿੱਚ ਰਾਜਕੁਮਾਰ ਤੇ ਉਹ ਬਸ ਦੋਵੇਂ ਹੀ ਨੇ। ਉਹ ਦੋਵੇਂ ਦੇਰ ਰਾਤ ਤੱਕ ਨੱਚਦੇ ਰਹੇ। ਸਿੰਡਰੇਲਾ ਨੂੰ ਪਤਾ ਹੀ ਨਹੀਂ ਚੱਲਿਆ ਕਿ ਕਿੰਨਾ ਵਕਤ ਗੁਜ਼ਰ ਗਿਆ ਹੈ। ਅਚਾਨਕ ਉਸ ਦੀ ਨਜ਼ਰ ਘੜੀ ਤੇ ਪਈ
ਅੱਧੀ ਰਾਤ ਹੋ ਚੁੱਕੀ ਸੀ। ਉਸੇ ਵੇਲੇ ਸਿੰਡਰੇਲਾ ਨੂੰ ਪਰੀ ਦੀ ਚੇਤਾਵਨੀ ਯਾਦ ਆਈ, ਜਿਵੇਂ ਹੀ ਘੜੀ ਵਿੱਚ 12 ਵਜਣ ਤੂੰ ਘਰ ਆ ਜਾਵੀਂ, ਕਿਉਂਕਿ ਉਸ ਦੇ ਬਾਅਦ ਤੂੰ ਪਹਿਲਾਂ ਵਰਗੀ ਹੋ ਜਾਵੇਂਗੀ। ਹੜਬੜੀ ਵਿੱਚ ਉਸਨੇ ਰਾਜਕੁਮਾਰ ਨੂੰ ਉੱਥੇ ਹੀ ਛੱਡਿਆ ਤੇ ਭੱਜਣ ਲੱਗੀ। ਜਦੋਂ ਮਹਿਲ ਦੀਆਂ ਪੌੜੀਆਂ ਉਤਰ ਰਹੀ ਸੀ, ਉਸਦੀ ਇੱਕ ਜੁੱਤੀ ਉੱਥੇ ਹੀ ਰਹਿ ਗਈ ਤੇ ਉਹਦੇ ਕੋਲ ਉਸਨੂੰ ਵਾਪਸ ਲੈਣ ਜਾਣ ਦਾ ਵੀ ਸਮਾਂ ਨਹੀਂ ਸੀ। ਜਿਵੇਂ ਹੀ ਉਹ ਬਾਹਰ ਪਹੁੰਚੀ, ਘੜੀ ਵਿੱਚ 12 ਵੱਜ ਗਏ ਅਤੇ ਫਿਰ ਤੋਂ ਸਭ ਕੁਝ ਉਵੇਂ ਹੀ ਹੋ ਗਿਆ ਜਿਵੇਂ ਪਹਿਲਾਂ ਸੀ। ਜਦ ਰਾਜਕੁਮਾਰ ਉਹਦੇ ਪਿੱਛੇ ਭੱਜਿਆ ਤਾਂ ਉਸਨੂੰ ਉਹ ਜੁੱਤੀ ਪੌੜੀਆਂ ਤੇ ਮਿਲੀ। ਲੱਭੋ ਕਿ ਇਸ ਜੁੱਤੀ ਦੀ ਮਾਲਕਣ ਕੌਣ ਹੈ, ਫਿਰ ਭਾਵੇਂ ਰਾਜ ਦੀ ਹਰੇਕ ਕੁੜੀ ਨੂੰ ਮਿਲਣਾ ਪਵੇ, ਉਸ ਨੂੰ ਲੱਭ ਕੇ ਲਿਆਓ। ਸਿੰਡਰੇਲਾ ਸਾਹ ਚੜੇ ਹੋਏ ਘਰ ਪਹੁੰਚੀ ਤੇ ਸਿੱਧੀ ਬਾਲਕਨੀ ਵਿੱਚ ਗਈ। ਉਹ ਰਾਜਕੁਮਾਰ ਦੇ ਨਾਲ ਗੁਜ਼ਾਰੇ ਗਏ ਸਮੇਂ ਬਾਰੇ ਸੋਚਣ ਲੱਗੀ। ਉਸਨੂੰ ਪਤਾ ਸੀ ਕਿ ਉਹਦੇ ਕੋਲ ਕੋਈ ਮੌਕਾ ਨਹੀਂ ਹੈ, ਪਰ ਫਿਰ ਵੀ ਉਸਨੂੰ ਰਾਜਕੁਮਾਰ ਨਾਲ ਪਿਆਰ ਹੋ ਗਿਆ ਸੀ। ਰਾਜਕੁਮਾਰ ਦੇ ਲਈ ਉਸ ਕੁੜੀ ਨੂੰ ਲੱਭਣਾ ਨਾਮੁਮਕਿਨ ਸੀ ਤੇ ਜੇ ਉਹ ਲੱਭ ਵੀ ਲੈਂਦਾ ਤਾਂ ਵੀ ਪਛਾਣ ਨਹੀਂ ਸਕਣਾ ਸੀ। ਰਾਜਕੁਮਾਰ ਦੇ ਆਦਮੀ ਰਾਜ ਦੇ ਘਰ ਘਰ ਜਾ ਕੇ ਉਸ ਜੁੱਤੀ ਦੀ ਮਾਲਕਣ ਨੂੰ ਲੱਭਣ ਲੱਗੇ, ਪਰ ਉਹ ਜੁੱਤੀ ਕਿਸੇ ਵੀ ਕੁੜੀ ਦੇ ਪੈਰ ਵਿੱਚ ਫਿੱਟ ਨਹੀਂ ਆ ਰਹੀ ਸੀ। ਆਖਰ ਵਿੱਚ ਰਾਜਕੁਮਾਰ ਦੇ ਆਦਮੀ ਸਿੰਡਰੇਲਾ ਦੇ ਘਰ ਪਹੁੰਚੇ। ਸਿੰਡਰੇਲਾ ਰਾਜਕੁਮਾਰ ਦੀ ਗੱਡੀ ਨੂੰ ਘਰ ਦੇ ਸਾਹਮਣੇ ਵੇਖ ਕੇ ਬਹੁਤ ਖੁਸ਼ ਹੋਈ। ਜਿਵੇਂ ਹੀ ਸਿੰਡਰੇਲਾ ਕਮਰੇ ਤੋਂ ਬਾਹਰ ਜਾਣ ਲੱਗੀ, ਉਸਦੀ ਮਤਰੇਈ ਮਾਂ ਉਹਨੂੰ ਦਰਵਾਜ਼ੇ ਤੇ ਖੜੀ ਨਜ਼ਰ ਆਈ। ਤੂੰ ਕਿੱਥੇ ਚੱਲ ਪਈ? ਤੂੰ ਵੀ ਜੁੱਤਾ ਪਾ ਕੇ ਵੇਖੇਂਗੀ ਕੀ? ਤਾਨਾ ਮਾਰਦੇ ਹੋਏ ਹੱਸਦੇ ਹੋਏ ਮਤਰੇਈ ਮਾਂ ਨੇ ਬਾਲਕਨੀ ਦਾ ਦਰਵਾਜ਼ਾ ਬੰਦ ਕਰ ਦਿੱਤਾ। ਨਹੀਂ, ਕਿਰਪਾ ਕਰਕੇ ਦਰਵਾਜ਼ਾ ਖੋਲੋ, ਕਿਰਪਾ ਕਰਕੇ। ਮੈਨੂੰ ਤਾਂ ਤੇਰੇ ਤੇ ਹਾਸਾ ਆ ਰਿਹਾ ਹੈ। ਰਾਜਕੁਮਾਰ ਤੇ ਤੇਰੇ ਵਿੱਚ ਕੀ ਮੁਕਾਬਲਾ? ਆਦਮੀ ਨੇ ਪਹਿਲਾਂ ਪਤਲੀ ਭੈਣ ਨੂੰ ਜੁੱਤੀ ਪਵਾਈ, ਪਰ ਉਹ ਉਹਦੇ ਪੈਰਾਂ ਦੇ ਲਈ ਬਹੁਤ ਛੋਟੀ ਸੀ। ਵੇਖੋ, ਇਹ ਮੇਰੇ ਪੈਰ ਵਿੱਚ ਕਿੰਨੀ ਚੰਗੀ ਤਰ੍ਹਾਂ ਨਾਲ ਆ ਗਈ ਹੈ। ਫਿਰ ਮੋਟੀ ਭੈਣ ਨੇ ਕੋਸ਼ਿਸ਼ ਕੀਤੀ, ਪਰ ਜੁੱਤੀ ਉਹਦੇ ਪੈਰਾਂ ਵਿੱਚ ਵੀ ਪੂਰੀ ਨਹੀਂ ਆ ਰਹੀ ਸੀ। ਸ਼ਾਇਦ ਸਾਨੂੰ ਦੂਜੇ ਪੈਰ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ। ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਪਰ ਨਾਕਾਮ ਰਹੀਆਂ। ਸਿੰਡਰੇਲਾ ਨੇ ਖਿੜਕੀ ਵੱਲ ਦੌੜਨ ਦੀ ਆਖਰੀ ਕੋਸ਼ਿਸ਼ ਕੀਤੀ, ਪਰ ਖਿੜਕੀ ਬਹੁਤ ਉੱਪਰ ਸੀ। ਉਹ ਰੋਣ ਲੱਗੀ। ਉਹਨੂੰ ਰੋਂਦਾ ਵੇਖ ਕੇ ਉਹਦੇ ਚੂਹੇ ਦੋਸਤ ਉਹਦੇ ਕੋਲ ਆਏ। ਮੇਰੀ ਮਤਰੇਈ ਮਾਂ ਨੇ ਮੈਨੂੰ ਬੰਦ ਕਰ ਰੱਖਿਆ, ਚਾਬੀ ਉਸੇ ਦੇ ਕੋਲ ਹੋਵੇਗੀ। ਚੂਹਾ ਦਰਵਾਜ਼ੇ ਦੇ ਥੱਲਿਓਂ ਫਿਸਲ ਕੇ ਬਾਹਰ ਗਿਆ। ਮਤਰੇਈ ਮਾਂ ਦਰਵਾਜ਼ੇ ਤੇ ਰਾਜਕੁਮਾਰ ਦੇ ਆਦਮੀਆਂ ਦੇ ਨਾਲ ਖੜੀ ਹੋਈ ਸੀ। ਤੁਸੀਂ ਕੱਲ ਕਿਉਂ ਨਹੀਂ ਆ ਜਾਂਦੇ? ਅੱਜ ਉਹ ਬਹੁਤ ਥੱਕੀ ਹੋਈ ਹੈ ਤੇ ਉਹਦੇ ਪੈਰਾਂ ਵਿੱਚ ਵੀ ਸੋਜਸ਼ ਹੈ। ਚੂਹੇ ਨੇ ਮਤਰੇਈ ਮਾਂ ਦੀ ਸਕਰਟ ਤੋਂ ਖੁਦ ਦੀ ਚਾਬੀ ਕੱਢ ਲਈ ਤੇ ਉੱਪਰ ਵੱਲ ਦੀ ਦੌੜਿਆ। ਉਹਨੇ ਚਾਬੀ ਦਰਵਾਜ਼ੇ ਦੇ ਥੱਲਿਓਂ ਸਰਕਾਈ। ਚਾਬੀ ਵੇਖ ਕੇ ਸਿੰਡਰੇਲਾ ਬਹੁਤ ਖੁਸ਼ ਹੋਈ। ਦਰਵਾਜ਼ਾ ਖੋਲ ਕੇ ਉਹ ਛੇਤੀ ਨਾਲ ਥੱਲੇ ਵੱਲ ਭੱਜੀ। ਓਏ, ਤੂੰ ਬਾਹਰ ਕਿਵੇਂ ਨਿਕਲ ਆਈ? ਕਿਰਪਾ ਕਰਕੇ ਰੁਕ ਜਾਓ, ਜਾਓ ਨਾ, ਮੈਂ ਵੀ ਜੁੱਤੀ ਪਾ ਕੇ ਵੇਖਣੀ ਹੈ। ਮਤਰੇਈ ਮਾਂ ਤੇ ਭੈਣਾਂ ਨੇ ਇਹ ਸੁਣ ਕੇ ਜ਼ੋਰ-ਜ਼ੋਰ ਨਾਲ ਹੱਸਣਾ ਸ਼ੁਰੂ ਕਰ ਦਿੱਤਾ। ਸ਼ਾਂਤ ਹੋ ਜਾਓ। ਇਹ ਰਾਜਕੁਮਾਰ ਦਾ ਹੁਕਮ ਹੈ ਕਿ ਰਾਜ ਦੀ ਹਰੇਕ ਕੁੜੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਦੋਂ ਸਿੰਡਰੇਲਾ ਨੇ ਜੁੱਤੀ ਪਾਈ, ਸਾਰੇ ਵੇਖ ਕੇ ਹੈਰਾਨ ਰਹਿ ਗਏ, ਕਿਉਂਕਿ ਉਹ ਜੁੱਤੀ ਉਹਦੇ ਪੈਰਾਂ ਵਿੱਚ ਚੰਗੀ ਤਰ੍ਹਾਂ ਨਾਲ ਫਿੱਟ ਆ ਗਈ ਸੀ। ਸੁੰਦਰ ਕੁੜੀਏ, ਕੀ ਇਹ ਜੁੱਤੀ ਤੇਰੀ ਹੈ? ਸਿੰਡਰੇਲਾ ਨੇ ਗਰਦਨ ਹਿਲਾ ਕੇ ਹਾਮੀ ਭਰੀ। ਕਿਰਪਾ ਕਰਕੇ ਸਾਡੇ ਨਾਲ ਮਹਿਲ ਚੱਲੋ। ਸਿੰਡਰੇਲਾ ਉਹਨਾਂ ਦੇ ਨਾਲ ਮਹਿਲ ਵਿੱਚ ਗਈ ਅਤੇ ਉਹਨਾਂ ਨੇ ਉਸਨੂੰ ਰਾਜਕੁਮਾਰ ਦੇ ਸਾਹਮਣੇ ਪੇਸ਼ ਕੀਤਾ। ਜਿਵੇਂ ਹੀ ਰਾਜਕੁਮਾਰ ਨੇ ਸਿੰਡਰੇਲਾ ਦੀ ਅੱਖਾਂ ਵਿੱਚ ਵੇਖਿਆ, ਉਹ ਜਾਣ ਗਿਆ ਕਿ ਉਸ ਰਾਤ ਉਸਨੇ ਉਸੇ ਦੇ ਨਾਲ ਨ੍ਰਿਤ ਕੀਤਾ ਸੀ। ਉਸਨੇ ਸਿੰਡਰੇਲਾ ਦਾ ਹੱਥ ਫੜਿਆ। ਆਖਿਰ ਮੈਂ ਤੈਨੂੰ ਲੱਭੇ ਲਿਆ। ਕੀ ਤੂੰ ਮੇਰੇ ਨਾਲ ਵਿਆਹ ਕਰੇਂਗੀ? ਖੁਸ਼ੀ ਦੇ ਹੰਝੂ ਭਰੀਆਂ ਅੱਖਾਂ ਨਾਲ ਉਹਨੇ ਰਾਜਕੁਮਾਰ ਦਾ ਪ੍ਰਸਤਾਵ ਸਵੀਕਾਰ ਕਰ ਲਿਆ। ਉਹਨਾਂ ਨੇ ਵਿਆਹ ਕੀਤਾ ਤੇ ਖੁਸ਼ੀ ਨਾਲ ਜੀਵਨ ਬਿਤਾਉਣ ਲੱਗੇ।